ਜ਼ਿੰਦਗੀ ਦੀ ਜ਼ਰੂਰਤ ਅਤੇ ਪੈਸਾ ਕਮਾਉਣ ਦਾ ਲਾਲਚ ਇਨਸਾਨ ਨੂੰ ਅੰਨਾ ਕਰ ਦਿੰਦਾ ਹੈ। ਉਸ ਨੂੰ ਸਹੀ ਗਲਤ ਦੀ ਪਹਿਚਾਣ ਨਹੀਂ ਰਹਿੰਦੀ ਅਤੇ ਇਨਸਾਨ ਆਪਣੀਆਂ ਜ਼ਰੂਰਤਾਂ ਅਤੇ ਖੁਆਇਸ਼ਾਂ ਦੇ ਅੱਗੇ ਇੰਨਾ ਮਜਬੂਰ ਹੋ ਜਾਂਦਾ ਹੈ ਕਿ ਉਸ ਨੂੰ ਕੁਝ ਦਿਖਣਾ ਅਤੇ ਸੁਣਨਾ ਬੰਦ ਹੋ ਜਾਂਦਾ ਹੈ। ਮੇਰੇ ਵਰਗੇ ਕੁਝ ਲੋਕ ਜੋ ਕਿਸੇ ਕੰਮ ਤੋਂ ਪਿੱਛੇ ਨਹੀਂ ਹਟਦੇ, ਉਹਨਾਂ ਲਈ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਉਹ ਬਸ ਮਿਹਨਤ ਕਰਕੇ ਪੈਸਾ ਕਮਾਉਣਾ ਚਾਹੁੰਦੇ ਹਨ। ਅਤੇ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਗਲਤ ਰਾਹ 'ਤੇ ਚੱਲਣ ਲੱਗਦੇ ਹਨ। ਅਜਿਹੀਆਂ ਹੀ ਕੁਝ ਔਰਤਾਂ ਨੂੰ ਜਦੋਂ ਮੈਂ ਮਿਲਿਆ ਤਾਂ ਉਹਨਾਂ ਨੂੰ ਆਪਣੇ ਸੰਸਕਾਰਾਂ ਨੂੰ ਖੁੰਝੇ ਲਾ ਕੇ ਗਿਰੀਆਂ ਹੋਈਆਂ ਹਰਕਤਾਂ ਕਰਦੇ ਦੇਖ ਕੇ ਮੇਰਾ ਤਾਂ ਜ਼ਮੀਰ ਹੀ ਕੰਬ ਗਿਆ। ਮੈਂ 4000 ਯੂਰੋ ਲੈ ਕੇ ਫਰਾਂਸ ਵਿੱਚ ਵਿਧਵਾ ਔਰਤਾਂ ਦੇ ਘਰ ਦੀ ਸਫਾਈ ਕਰਦਾ ਸੀ। ਇਸ ਦੇਸ਼ ਵਿੱਚ ਵਿਧਵਾ ਔਰਤਾਂ ਕਿਵੇਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਹਨ, ਇਹ ਦੇਖਣਾ ਮੇਰੇ ਲਈ ਰੂਹ ਕੰਬਾ ਦੇਣ ਵਾਲਾ ਸੀ। ਇੱਕ ਦਿਨ ਮੈਂ ਸਫਾਈ ਤੋਂ ਲੇਟ ਫ੍ਰੀ ਹੋਇਆ ਤਾਂ ਆਪਣੀ ਮਾਲਕਣ ਦੇ ਘਰ ਵਿੱਚ ਹੀ ਰੁਕ ਗਿਆ। ਉੱਥੇ ਮੈਨੂੰ ਹਰ ਚੀਜ਼ ਦੀ ਸਹੂਲਤ ਹਾਸਲ ਸੀ। ਇਸ ਲਈ ਮੈਂ ਉਸ ਰਾਤ ਆਪਣੇ ਆਪ ਨੂੰ ਥਕਾਉਣ ਦੀ ਬਜਾਏ ਉੱਥੇ ਹੀ ਰੁਕ ਗਿਆ। ਮੇਰੀ ਮਾਲਕਣ ਦੇ ਕਮਰੇ ਅਤੇ ਰਹਿਣ ਦੀ ਜਗ੍ਹਾ ਅਲੱਗ ਸੀ ਅਤੇ ਮੇਰਾ ਸਰਵੈਂਟ ਰੂਮ ਬਿਲਕੁਲ ਇੱਕ ਪਾਸੇ ਸੀ। ਰਾਤ ਨੂੰ ਜਦੋਂ ਮੈਂ ਪਾਣੀ ਪੀਣ ਲਈ ਉੱਠਿਆ ਤਾਂ ਖਿੜਕੀ ਦੇ ਬਾਹਰ ਮੈਨੂੰ ਕੁਝ ਹਲਚਲ ਜਿਹੀ ਮਹਿਸੂਸ ਹੋਈ। ਮੈਂ ਪਰਦਾ ਖਿਸਕਾ ਕੇ ਦੇਖਿਆ ਤਾਂ ਮੇਰੀ ਮਾਲਕਣ ਇਸ ਵੇਲੇ ਕਿਤੇ ਬਾਹਰ ਜਾ ਰਹੀ ਸੀ। ਮੈਨੂੰ ਹੈਰਾਨੀ ਹੋਈ ਕਿ ਇੰਨੀ ਸਰਦੀ ਵਿੱਚ ਰਾਤ ਦੇ ਇਸ ਵੇਲੇ ਉਹ ਕਿੱਥੇ ਜਾ ਰਹੀ ਸੀ। ਮੈਨੂੰ ਲੱਗਿਆ ਜ਼ਰੂਰ ਕੁਝ ਗਲਤ ਹੋਇਆ ਹੈ, ਤਾਂ ਹੀ ਉਹ ਰਾਤ ਦੇ ਹਨੇਰੇ ਵਿੱਚ ਜਲਦੀ ਕਿਤੇ ਜਾ ਰਹੀ ਹੈ। ਉਹਨਾਂ ਦੀ ਪਰੇਸ਼ਾਨੀ ਬਾਰੇ ਸੋਚ ਕੇ ਮਦਦ ਦੇ ਖਿਆਲ ਨਾਲ ਮੈਂ ਵੀ ਫਟਾਫਟ ਚੱਪਲ ਪਾਈ ਅਤੇ ਬਾਹਰ ਨਿਕਲਿਆ। ਮੇਰੇ ਬਾਹਰ ਨਿਕਲਣ ਤੱਕ ਮਾਲਕਣ ਗੱਡੀ ਵਿੱਚ ਬੈਠ ਕੇ ਜਾ ਚੁੱਕੀ ਸੀ। ਹੁਣ ਮੈਂ ਪਿੱਛੇ ਨਹੀਂ ਜਾ ਸਕਦਾ, ਇਸ ਲਈ ਚੁੱਪਚਾਪ ਵਾਪਸ ਆਪਣੇ ਕਮਰੇ ਵਿੱਚ ਆ ਗਿਆ। ਪਰ ਮੈਂ ਉਹਨਾਂ ਦੀ ਚਿੰਤਾ ਵਿੱਚ ਸਾਰੀ ਰਾਤ ਸੋ ਨਹੀਂ ਸਕਿਆ ਅਤੇ ਖਿੜਕੀ ਦਾ ਪਰਦਾ ਚੁੱਕ ਕੇ ਬਾਹਰ ਨੂੰ ਦੇਖਦਾ ਰਿਹਾ ਅਤੇ ਮਾਲਕਣ ਦਾ ਇੰਤਜ਼ਾਰ ਕਰਦਾ ਰਿਹਾ। ਮੈਨੂੰ ਉਹਨਾਂ ਦੀ ਬਹੁਤ ਫਿਕਰ ਹੋ ਰਹੀ ਸੀ। ਪਰ ਸਾਰੀ ਰਾਤ ਗੁਜ਼ਰ ਗਈ, ਮਾਲਕਣ ਘਰ ਨਹੀਂ ਆਈ। ਸਵੇਰੇ ਜਦੋਂ ਮੇਰੀਆਂ ਅੱਖਾਂ ਨੀਂਦ ਨਾਲ ਬੰਦ ਹੋ ਰਹੀਆਂ ਸਨ ਤਾਂ ਮੇਰੀ ਮਾਲਕਣ ਘਰ ਪਹੁੰਚੀ ਅਤੇ ਮੈਂ ਹੈਰਾਨ ਰਹਿ ਗਿਆ। ਮੈਂ ਉਹਨਾਂ ਨੂੰ ਧਿਆਨ ਨਾਲ ਦੇਖਿਆ ਤਾਂ ਉਹਨਾਂ ਦੇ ਚਿਹਰੇ 'ਤੇ ਬਹੁਤ ਥਕਾਨ ਫੈਲੀ ਹੋਈ ਸੀ। ਉਹਨਾਂ ਦਾ ਹੁਲੀਆ ਵੀ ਵਿਗੜਿਆ ਹੋਇਆ ਸੀ ਅਤੇ ਉਹਨਾਂ ਦੀ ਚਾਲ ਵਿੱਚ ਵੀ ਥਕਾਨ ਝਲਕ ਰਹੀ ਸੀ। ਮੈਂ ਫਿਕਰਮੰਦੀ ਨਾਲ ਆਪਣੇ ਮਾਲਕਣ ਵੱਲ ਦੇਖਦਾ ਰਿਹਾ ਪਰ ਕੁਝ ਬੋਲ ਨਹੀਂ ਸਕਿਆ। ਮੈਂ ਉਹਨਾਂ ਨੂੰ ਆਰਾਮ ਕਰਨ ਲਈ ਕਹਿ ਦਿੱਤਾ, ਪਰ ਜਦੋਂ ਦਿਨ ਹੋਇਆ ਅਤੇ ਮੇਰੀ ਮਾਲਕਣ ਉੱਠੀ ਤਾਂ ਮੈਂ ਉਹਨਾਂ ਨੂੰ ਸਵਾਲ ਕਰ ਲਿਆ ਅਤੇ ਕਿਹਾ ਕਿ ਰਾਤ ਨੂੰ ਉਹ ਇੰਨੀ ਤੇਜ਼ੀ ਵਿੱਚ ਕਿੱਥੇ ਗਈ ਸੀ। ਜੇਕਰ ਉਹਨਾਂ ਨੂੰ ਕੋਈ ਪਰੇਸ਼ਾਨੀ ਹੈ ਤਾਂ ਮੈਂ ਉਹਨਾਂ ਦੀ ਮਦਦ ਕਰ ਸਕਦਾ ਹਾਂ। ਮੇਰਾ ਸਵਾਲ ਸੁਣ ਕੇ ਉਹ ਬੁਰੀ ਤਰ੍ਹਾਂ ਘਬਰਾ ਗਈ ਅਤੇ ਨਜ਼ਰਾਂ ਝੁਕਾ ਕੇ ਝੂਠ ਬੋਲ ਦਿੱਤਾ ਕਿ ਉਹ ਆਪਣੇ ਕਿਸੇ ਦੋਸਤ ਦੇ ਘਰ ਗਈ ਸੀ। ਮੈਨੂੰ ਪਤਾ ਸੀ ਉਹ ਸਾਫ਼ ਝੂਠ ਬੋਲ ਰਹੀ ਸੀ। ਇਸ ਤੋਂ ਪਹਿਲਾਂ ਮੈਂ ਕੁਝ ਹੋਰ ਪੁੱਛਦਾ, ਉਹਨਾਂ ਨੇ ਸਖਤੀ ਨਾਲ ਮੈਨੂੰ ਕਹਿ ਦਿੱਤਾ ਕਿ ਮੈਂ ਆਪਣੇ ਕੰਮ ਤੋਂ ਕੰਮ ਰੱਖਾਂ ਅਤੇ ਉਹਨਾਂ ਦੇ ਮਾਮਲੇ ਵਿੱਚ ਕੋਈ ਦਖਲ ਅੰਦਾਜ਼ੀ ਨਾ ਕਰਾਂ। ਉਹਨਾਂ ਦਾ ਇਹ ਰਵੱਈਆ ਦੇਖ ਕੇ ਮੈਂ ਉਦਾਸ ਹੋ ਗਿਆ। ਮੈਂ ਤਾਂ ਸਿਰਫ ਉਹਨਾਂ ਦੀ ਮਦਦ ਕਰਨ ਲਈ ਹੀ ਪੁੱਛ ਰਿਹਾ ਸੀ, ਪਰ ਉਹ ਉਲਟਾ ਮੈਨੂੰ ਝਿੜਕਣ ਲੱਗੀ। ਮੈਂ ਚੁੱਪ ਕਰ ਗਿਆ ਅਤੇ ਮੈਂ ਇਸ ਬਾਰੇ ਵੀ ਨਹੀਂ ਸੋਚਿਆ ਕਿ ਉਹ ਕੀ ਕੰਮ ਕਰਦੀ ਹੋਵੇਗੀ। ਮੈਨੂੰ ਬਸ ਇਹ ਫਿਕਰ ਸੀ ਕਿ ਉਹ ਇਕੱਲੀ ਔਰਤ ਕਿਸੇ ਪਰੇਸ਼ਾਨੀ ਵਿੱਚ ਨਾ ਹੋਵੇ। ਅਗਲੇ ਦਿਨ ਮੈਂ ਫਿਰ ਕਿਸੇ ਬਹਾਨੇ ਨਾਲ ਆਪਣੀ ਮਾਲਕਣ ਦੇ ਘਰ ਹੀ ਰੁਕ ਗਿਆ। ਅੱਜ ਮੈਂ ਆਪਣਾ ਇੰਤਜ਼ਾਮ ਵੀ ਕਰਕੇ ਆਇਆ ਸੀ ਕਿ ਜੇਕਰ ਉਹ ਘਰ ਤੋਂ ਨਿਕਲੇ ਤਾਂ ਮੈਂ ਉਹਨਾਂ ਦਾ ਪਿੱਛਾ ਕਰ ਸਕਾਂ। ਮੈਨੂੰ ਲੱਗਿਆ ਜ਼ਰੂਰ ਅਜਿਹਾ ਕੁਝ ਹੋ ਸਕਦਾ ਹੈ ਕਿ ਮਾਲਕਣ ਨੂੰ ਇਕੱਲੀ ਔਰਤ ਸਮਝ ਕੇ ਕੋਈ ਤੰਗ ਕਰਦਾ ਹੋਵੇਗਾ ਜਾਂ ਉਹਨਾਂ ਨੂੰ ਕੋਈ ਪਰੇਸ਼ਾਨੀ ਹੋਵੇਗੀ ਅਤੇ ਮੈਂ ਇਸ ਪਰੇਸ਼ਾਨੀ ਵਿੱਚ ਉਹਨਾਂ ਨੂੰ ਇਕੱਲਾ ਨਹੀਂ ਛੱਡਾਂਗਾ। ਭਾਵੇਂ ਉਹਨਾਂ ਨੇ ਮੈਨੂੰ ਝਿੜਕਿਆ ਹੋਵੇ, ਪਰ ਮੈਂ ਉਹਨਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਾਂਗਾ। ਜਦੋਂ ਰਾਤ ਹੋਈ ਤਾਂ ਮੈਂ ਖਿੜਕੀ ਦਾ ਪਰਦਾ ਖਿਸਕਾ ਕੇ ਬਾਹਰ ਦੇਖਣ ਲੱਗਿਆ। ਮੈਨੂੰ ਪਤਾ ਨਹੀਂ ਸੀ ਕਿ ਅੱਜ ਵੀ ਮਾਲਕਣ ਬਾਹਰ ਜਾਵੇਗੀ ਜਾਂ ਨਹੀਂ, ਪਰ ਕੱਲ੍ਹ ਰਾਤ ਦੀ ਤਰ੍ਹਾਂ ਰਾਤ ਦੇ ਦੂਜੇ ਪਹਿਰ ਮੇਰੀ ਮਾਲਕਣ ਘਰ ਤੋਂ ਬਾਹਰ ਜਾਣ ਲੱਗੀ ਤਾਂ ਮੈਂ ਵੀ ਚੁੱਪਚਾਪ ਉਹਨਾਂ ਦੇ ਪਿੱਛੇ ਹੋ ਲਿਆ ਤਾਂ ਜੋ ਉਹਨਾਂ ਨੂੰ ਪਤਾ ਨਾ ਲੱਗੇ ਕਿ ਮੈਂ ਉਹਨਾਂ ਦਾ ਪਿੱਛਾ ਕਰ ਰਿਹਾ ਹਾਂ। ਉਹਨਾਂ ਦੀ ਗੱਡੀ ਕਿਸੇ ਬਹੁਤ ਵੱਡੇ ਘਰ ਦੇ ਸਾਹਮਣੇ ਰੁਕੀ ਸੀ। ਮੈਂ ਉਹ ਘਰ ਦੇਖ ਕੇ ਹੈਰਾਨ ਰਹਿ ਗਿਆ। ਉਹ ਕੋਈ ਮਹਿਲ ਸੀ ਜਿੱਥੇ ਦੀ ਰੌਸ਼ਨੀ ਅਤੇ ਰੌਣਕ ਨੇ ਦਿਨ ਦਾ ਸਮਾਂ ਕਰ ਰੱਖਿਆ ਸੀ। ਉਸ ਮਹਿਲ ਦੀ ਬਨਾਵਟ ਅਤੇ ਸਜਾਵਟ ਇਹ ਦੱਸ ਰਹੀ ਸੀ ਕਿ ਇੱਥੇ ਰਹਿਣ ਵਾਲੇ ਲੋਕ ਕਿੰਨੇ ਪੈਸੇ ਵਾਲੇ ਹੋਣਗੇ ਅਤੇ ਮੈਂ ਦਿਲ ਵਿੱਚ ਹੀ ਸੋਚਣ ਲੱਗਿਆ ਕਿ ਮੇਰੀ ਮਾਲਕਣ ਦਾ ਉੱਥੇ ਕੀ ਕੰਮ ਸੀ। ਕੁਝ ਦੇਰ ਤੱਕ ਮੈਂ ਇਸ ਇੰਤਜ਼ਾਰ ਵਿੱਚ ਬਾਹਰ ਖੜਾ ਰਿਹਾ ਕਿ ਮਾਲਕਣ ਬਾਹਰ ਆਵੇਗੀ, ਪਰ ਬਹੁਤ ਦੇਰ ਹੋ ਗਈ ਸੀ। ਉਹ ਬਾਹਰ ਨਹੀਂ ਆਈ ਅਤੇ ਇੰਨੀ ਸਰਦੀ ਵਿੱਚ ਮੇਰੇ ਤੋਂ ਵੀ ਹੋਰ ਜ਼ਿਆਦਾ ਖੜਾ ਨਹੀਂ ਹੋਇਆ ਜਾ ਰਿਹਾ ਸੀ।
ਮੇਰਾ ਉੱਥੇ ਅੰਦਰ ਜਾਣਾ ਵੀ ਮੁਮਕਿਨ ਨਹੀਂ ਸੀ। ਇਸ ਲਈ ਮੈਂ ਵਾਪਸ ਆ ਗਿਆ। ਮੈਂ ਸਾਰੀ ਰਾਤ ਉਸ ਮਹਿਲ ਵਰਗੇ ਘਰ ਅਤੇ ਆਪਣੀ ਮਾਲਕਣ ਦੇ ਬਾਰੇ ਵਿੱਚ ਸੋਚਦਾ ਰਿਹਾ, ਪਰ ਪਤਾ ਨਹੀਂ ਰਾਤ ਦੇ ਕਿਸ ਪਹਿਰ ਮੇਰੀ ਅੱਖ ਲੱਗ ਗਈ। ਜਦੋਂ ਮੈਂ ਨੀਂਦ ਤੋਂ ਉੱਠਿਆ ਤਾਂ ਮੇਰੀ ਮਾਲਕਣ ਘਰ ਵਿੱਚ ਹੀ ਮੌਜੂਦ ਸੀ। ਮੈਂ ਆਪਣੇ ਰੋਜ਼ਾਨਾ ਦੇ ਕੰਮ ਕਰਦਾ ਰਿਹਾ ਅਤੇ ਉਸ ਦੌਰਾਨ ਵੀ ਮੇਰੇ ਦਿਮਾਗ ਵਿੱਚ ਰਾਤ ਵਾਲੀ ਗੱਲ ਹੀ ਘੁੰਮ ਰਹੀ ਸੀ, ਪਰ ਇਸ ਬਾਰੇ ਵਿੱਚ ਮੈਂ ਆਪਣੀ ਮਾਲਕਣ ਨੂੰ ਕੋਈ ਸਵਾਲ ਜਵਾਬ ਨਹੀਂ ਕੀਤਾ। ਜੇਕਰ ਮੈਂ ਉਸ ਨੂੰ ਕੁਝ ਪੁੱਛਦਾ ਤਾਂ ਮੈਨੂੰ ਉਸ ਦਿਨ ਦੀ ਤਰ੍ਹਾਂ ਝਿੜਕਾਂ ਮਿਲਣੀਆਂ ਸਨ। ਪਰ ਜਦੋਂ ਇੱਕ ਦਿਨ ਇਤਫਾਕ ਨਾਲ ਮੈਂ ਉਸ ਮਹਿਲ ਵਿੱਚ ਗਿਆ ਤਾਂ ਮੈਂ ਉਸ ਮਹਿਲ ਨੂੰ ਪਹਿਚਾਣ ਲਿਆ। ਇਹ ਤਾਂ ਉਹੀ ਮਹਿਲ ਸੀ ਜਿੱਥੇ ਮੇਰੀ ਮਾਲਕਣ ਰਾਤ ਦੇ ਹਨੇਰੇ ਵਿੱਚ ਆਉਂਦੀ ਸੀ। ਮੈਂ ਖੁਸ਼ ਹੋ ਗਿਆ ਕਿ ਇਸ ਬਹਾਨੇ ਮੈਨੂੰ ਅੰਦਰ ਜਾਣ ਦਾ ਮੌਕਾ ਮਿਲੇਗਾ ਅਤੇ ਮੈਂ ਅੱਜ ਪਤਾ ਕਰਕੇ ਰਹਾਂਗਾ ਕਿ ਅੰਦਰ ਕੀ ਚੱਲ ਰਿਹਾ ਹੈ। ਜਦੋਂ ਮੈਂ ਅੰਦਰ ਗਿਆ ਤਾਂ ਹੈਰਾਨ ਰਹਿ ਗਿਆ। ਇਹ ਮਹਿਲ ਜਿੰਨਾ ਬਾਹਰੋਂ ਸੋਹਣਾ ਦਿਖਦਾ ਸੀ, ਉਸ ਨਾਲੋਂ ਕਿਤੇ ਜ਼ਿਆਦਾ ਸੋਹਣਾ ਅੰਦਰ ਤੋਂ ਸੀ। ਮੈਨੂੰ ਪਤਾ ਚੱਲ ਗਿਆ ਕਿ ਇਹ ਕਿਸੇ ਬਹੁਤ ਵੱਡੇ ਅਮੀਰ ਆਦਮੀ ਦਾ ਮਹਿਲ ਸੀ। ਉੱਥੇ ਜਾ ਕੇ ਮੈਂ ਆਪਣੀ ਦੂਜੀ ਮਾਲਕਣ ਨੂੰ ਵੀ ਉਸ ਮਾਲਕਣ ਦੇ ਨਾਲ ਦੇਖਿਆ ਅਤੇ ਉਹ ਉੱਥੇ ਜੋ ਕੁਝ ਕਰ ਰਹੀਆਂ ਸਨ ਉਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ। ਉਹ ਆਪਣੀ ਖੁਸ਼ੀ ਨਾਲ ਇਹ ਸਭ ਕੁਝ ਕਰ ਰਹੀਆਂ ਸਨ, ਜਿਸ ਬਾਰੇ ਵਿੱਚ ਸੋਚਣਾ ਵੀ ਬਹੁਤ ਔਖਾ ਸੀ। ਮੇਰੀ ਜਗ੍ਹਾ ਜੇਕਰ ਕੋਈ ਹੋਰ ਹੁੰਦਾ ਤਾਂ ਸ਼ਾਇਦ ਇਹ ਸਭ ਦੇਖ ਕੇ ਉਸ ਦੀ ਵੀ ਹਾਲਤ ਵਿਗੜ ਚੁੱਕੀ ਹੁੰਦੀ, ਜਾਂ ਫਿਰ ਸ਼ਾਇਦ ਅਸੀਂ ਇੰਡੀਅਨ ਲੋਕ ਹੀ ਆਪਣੀ ਔਰਤਾਂ ਨੂੰ ਲੈ ਕੇ ਇੰਨੇ ਪੋਜੈਸਿਵ ਹੁੰਦੇ ਹਾਂ ਕਿ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਕਿ ਸਾਡੀਆਂ ਔਰਤਾਂ ਇਸ ਤਰ੍ਹਾਂ ਦਾ ਕੰਮ ਕਰਨ। ਇਹ ਸਾਡੀ ਮਰਦਾਨਗੀ ਨੂੰ ਮਨਜ਼ੂਰ ਨਹੀਂ ਹੁੰਦਾ। ਮੇਰਾ ਸਬੰਧ ਇੱਕ ਗਰੀਬ ਘਰ ਨਾਲ ਸੀ। ਗਰੀਬੀ ਕਰਕੇ ਮੇਰੇ ਘਰ ਦੇ ਹਾਲਾਤ ਹੋਰ ਜ਼ਿਆਦਾ ਖਰਾਬੀ ਵੱਲ ਵੱਧ ਗਏ ਤਾਂ ਘਰ ਵਾਲਿਆਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਮੈਂ ਪੜ੍ਹਾਈ ਛੱਡ ਦਿੱਤੀ ਅਤੇ ਕੰਮ ਦੀ ਤਲਾਸ਼ ਕਰਨ ਲੱਗਿਆ। ਜੇਕਰ ਮੈਂ ਪੜ੍ਹਦਾ ਤਾਂ ਮੇਰੇ ਘਰ ਦਾ ਗੁਜ਼ਾਰਾ ਕੌਣ ਚਲਾਉਂਦਾ? ਮੈਂ ਘਰ ਦਾ ਵੱਡਾ ਬੇਟਾ ਸੀ। ਪਾਪਾ ਨੂੰ ਬਹੁਤ ਸ਼ੌਂਕ ਸੀ ਕਿ ਮੈਂ ਪੜ੍ਹ ਲਿਖ ਕੇ ਵੱਡਾ ਆਦਮੀ ਬਣਾ, ਪਰ ਮੈਂ ਮਜਬੂਰ ਸੀ। ਮੇਰੇ ਤੋਂ ਆਪਣੇ ਘਰ ਵਾਲਿਆਂ ਦੀ ਗੁਰਬਤ ਵਾਲੀ ਜ਼ਿੰਦਗੀ ਨਹੀਂ ਦੇਖੀ ਜਾਂਦੀ ਸੀ। ਅਜਿਹੇ ਹਾਲਾਤਾਂ ਵਿੱਚ ਮੇਰੇ ਬਾਪ ਦਾ ਦਿਨ ਭਰ ਮਜ਼ਦੂਰੀ ਕਰਕੇ ਮੇਰੇ ਪੜ੍ਹਾਈ 'ਤੇ ਖਰਚ ਕਰਨਾ ਮੇਰੇ ਲਈ ਬਹੁਤ ਵੱਡੀ ਸ਼ਰਮਿੰਦਗੀ ਸੀ। ਮੈਂ ਆਪਣੇ ਦੇਸ਼ ਵਿੱਚ ਹਰ ਜਗ੍ਹਾ ਕੰਮ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਇੱਥੇ ਵੱਡੀ ਤੋਂ ਵੱਡੀ ਡਿਗਰੀਆਂ ਵਾਲੇ ਲੋਕ ਬਿਨਾਂ ਨੌਕਰੀ ਦੇ ਪਰੇਸ਼ਾਨ ਘੁੰਮ ਰਹੇ ਸਨ। ਅਜਿਹੇ ਹਾਲਾਤਾਂ ਵਿੱਚ ਮੇਰੇ ਵਰਗੇ ਅਨਪੜ੍ਹ ਨੂੰ ਕੌਣ ਨੌਕਰੀ ਦਿੰਦਾ? ਤਾਂ ਮੇਰੇ ਇੱਕ ਦੋਸਤ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਫਰਾਂਸ ਚਲਾ ਜਾਵਾਂ। ਉੱਥੇ ਕਮਾਈ ਦੇ ਬਹੁਤ ਸਾਧਨ ਹਨ, ਪਰ ਮੈਂ ਆਪਣੇ ਘਰ ਵਾਲਿਆਂ ਨੂੰ ਛੱਡ ਕੇ ਕਿਵੇਂ ਜਾ ਸਕਦਾ ਸੀ? ਇਸ ਗੱਲ ਲਈ ਮੇਰਾ ਦਿਲ ਗਵਾਹੀ ਨਹੀਂ ਭਰਦਾ ਸੀ। ਮੈਂ ਇੱਥੇ ਹੀ ਕੰਮ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਕੁਝ ਦਿਨ ਮਜ਼ਦੂਰੀ ਕੀਤੀ, ਪਰ ਜਦੋਂ ਮੈਂ ਦੇਖਿਆ ਕਿ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਬਹੁਤ ਘੱਟ ਪੈਸੇ ਮਿਲਦੇ ਹਨ ਤਾਂ ਮੈਂ ਪ੍ਰਦੇਸ਼ ਜਾਣ ਦਾ ਮਨ ਬਣਾ ਲਿਆ। ਮੈਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਸਾਡੇ ਵਰਗੇ ਮਜ਼ਦੂਰਾਂ ਲਈ ਪ੍ਰਦੇਸ਼ ਵਿੱਚ ਕਦੇ-ਕਦੇ ਕੰਮ ਅਜਿਹਾ ਹੁੰਦਾ ਹੈ ਜਿਸ ਵਿੱਚ ਮਿਹਨਤ ਜ਼ਿਆਦਾ ਅਤੇ ਅਪਮਾਨ ਵੀ ਹੁੰਦਾ ਹੈ, ਪਰ ਪੈਸਾ ਚੰਗਾ ਮਿਲਦਾ ਹੈ, ਜਿਸ ਕਰਕੇ ਅਸੀਂ ਸਭ ਕੁਝ ਬਰਦਾਸ਼ਤ ਕਰ ਲੈਂਦੇ ਹਾਂ। ਇਸ ਲਈ ਮੈਂ ਵੀ ਆਪਣੇ ਆਪ ਨੂੰ ਹਰ ਕੰਮ ਲਈ ਤਿਆਰ ਕਰ ਚੁੱਕਿਆ ਸੀ। ਪਾਪਾ ਨੇ ਮੇਰੀ ਪੜ੍ਹਾਈ ਲਈ ਜੋ ਪੈਸੇ ਜਮ੍ਹਾਂ ਕਰਕੇ ਰੱਖੇ ਸਨ, ਮੈਂ ਆਪਣੇ ਦਿਲ ਨੂੰ ਮਜ਼ਬੂਤ ਕਰਕੇ ਉਹ ਪੈਸੇ ਆਪਣੇ ਬਾਹਰ ਜਾਣ ਦੇ ਇੰਤਜ਼ਾਮ ਵਿੱਚ ਲਗਾ ਦਿੱਤੇ ਅਤੇ ਫਰਾਂਸ ਚਲਾ ਗਿਆ। ਫਰਾਂਸ ਵਿੱਚ ਜ਼ਿਆਦਾਤਰ ਲੋਕ ਆਰਾਮ ਪਸੰਦ ਹੁੰਦੇ ਹਨ, ਇਸ ਲਈ ਉੱਥੇ ਕੰਮ ਜਲਦੀ ਮਿਲ ਜਾਂਦਾ ਹੈ ਅਤੇ ਪੈਸਾ ਵੀ ਜ਼ਿਆਦਾ ਮਿਲਦਾ ਹੈ। ਮੇਰੇ ਬਾਹਰ ਜਾਣ ਦਾ ਸੁਣ ਕੇ ਮੇਰੇ ਮਾਂ-ਬਾਪ ਮੇਰੇ ਤੋਂ ਨਾਰਾਜ਼ ਹੋਣ ਲੱਗੇ, ਪਰ ਮੈਂ ਜਿਵੇਂ ਤਿਵੇਂ ਉਹਨਾਂ ਨੂੰ ਮਨਾ ਲਿਆ ਅਤੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਨਿਕਲ ਪਿਆ। ਮੈਨੂੰ ਲੱਗਿਆ ਸੀ ਕਿ ਉੱਥੇ ਪਹੁੰਚਦੇ ਹੀ ਮੇਰੇ ਲਈ ਨੌਕਰੀਆਂ ਦਾ ਢੇਰ ਲੱਗ ਜਾਵੇਗਾ, ਪਰ ਮੈਂ ਗਲਤ ਸੀ। ਉੱਥੇ ਪਹੁੰਚਦੇ ਹੀ ਸਭ ਤੋਂ ਪਹਿਲਾਂ ਮੈਨੂੰ ਆਪਣੇ ਬਚੇ-ਕੁਚੇ ਪੈਸਿਆਂ ਨਾਲ ਆਪਣੇ ਲਈ ਖਾਣ ਪੀਣ ਅਤੇ ਰਹਿਣ ਦਾ ਸਸਤਾ ਜਿਹਾ ਇੰਤਜ਼ਾਮ ਕਰਨਾ ਪਿਆ ਅਤੇ ਇਸੇ ਕੰਮ ਵਿੱਚ ਮੇਰੇ ਕਈ ਦਿਨ ਬਰਬਾਦ ਹੋ ਗਏ। ਮੈਨੂੰ ਕੁਝ ਜਾਣ ਪਛਾਣ ਵਾਲੇ ਮਿਲੇ ਤਾਂ ਮੈਂ ਉਹਨਾਂ ਨੂੰ ਮਦਦ ਕਰਨ ਲਈ ਕਿਹਾ। ਪਹਿਲਾਂ ਮੈਨੂੰ ਗੱਡੀਆਂ ਦੀ ਸਫਾਈ ਅਤੇ ਡਿਲੀਵਰੀ ਬॉय ਦਾ ਕੰਮ ਮਿਲਿਆ ਅਤੇ ਮੈਂ ਉਹ ਕੰਮ ਕਰਨ ਲੱਗ ਪਿਆ। ਇੱਕ ਦਿਨ ਮੈਂ ਕਿਸੇ ਵਿਧਵਾ ਦੇ ਘਰ ਡਿਲੀਵਰੀ ਪਹੁੰਚਾਈ ਤਾਂ ਉਸਨੇ ਮੈਨੂੰ ਪੁੱਛਿਆ ਕਿ ਮੈਂ ਕਿੱਥੇ ਤੋਂ ਆਇਆ ਹਾਂ ਅਤੇ ਕਦੋਂ ਤੋਂ ਇਹ ਕੰਮ ਕਰ ਰਿਹਾ ਹਾਂ। ਤਾਂ ਮੈਂ ਦੱਸਿਆ ਕਿ ਮੈਂ ਇੰਡੀਆ ਤੋਂ ਆਇਆ ਹਾਂ ਅਤੇ ਮੈਨੂੰ ਇਹ ਕੰਮ ਕਰਦੇ ਹੋਏ ਕੁਝ ਹੀ ਸਮਾਂ ਹੋਇਆ ਹੈ। ਪਤਾ ਨਹੀਂ ਕਿਉਂ ਉਹ ਵਿਧਵਾ ਔਰਤ ਬਾਰ-ਬਾਰ ਮੇਰੇ ਵੱਲ ਵੇਖ ਰਹੀ ਸੀ। ਉਸ ਦਿਨ ਤਾਂ ਮੈਂ ਚਲਾ ਗਿਆ, ਪਰ ਹਰ ਆਏ ਦਿਨ ਉਹ ਕੁਝ ਨਾ ਕੁਝ ਆਰਡਰ ਕਰਦੀ ਰਹਿੰਦੀ ਅਤੇ ਮੇਰੇ ਹਿੱਸੇ ਵਿੱਚ ਉਹ ਏਰੀਆ ਹੋਣ ਕਰਕੇ ਮੈਂ ਉਸ ਦੀ ਡਿਲੀਵਰੀ ਲੈ ਕੇ ਪਹੁੰਚ ਜਾਂਦਾ ਸੀ। ਉਸ ਦਾ ਧਿਆਨ ਆਪਣੀ ਚੀਜ਼ ਨਾਲੋਂ ਜ਼ਿਆਦਾ ਮੇਰੇ ਉੱਪਰ ਹੁੰਦਾ ਸੀ। ਮੈਨੂੰ ਸ਼ੱਕ ਜਿਹਾ ਹੋਇਆ ਕਿ ਉਹ ਮੈਨੂੰ ਮਿਲਣ ਲਈ ਗੈਰ ਜ਼ਰੂਰੀ ਅਤੇ ਅਣਚਾਹੀਆਂ ਚੀਜ਼ਾਂ ਆਰਡਰ ਕਰ ਰਹੀ ਸੀ। ਹੁਣ ਮੈਨੂੰ ਵੀ ਡਰ ਲੱਗਣ ਲੱਗਿਆ ਸੀ ਕਿ ਪਤਾ ਨਹੀਂ ਉਹ ਕਿਸ ਮਕਸਦ ਨਾਲ ਆਰਡਰ ਦੇ ਬਹਾਨੇ ਮੈਨੂੰ ਰੋਜ਼ ਬੁਲਾਉਂਦੀ ਹੈ। ਮੈਂ ਇੰਤਜ਼ਾਰ ਵਿੱਚ ਸੀ ਕਿ ਉਹ ਕਦੋਂ ਆਪਣਾ ਮਕਸਦ ਮੇਰੇ ਸਾਹਮਣੇ ਲਿਆਵੇਗੀ।
ਕੁਝ ਦਿਨ ਬਾਅਦ ਆਖਰ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਮੇਰੇ ਘਰ ਕੰਮ ਕਰੇਂਗਾ, ਸਿਰਫ ਘਰ ਦਾ ਕੰਮ ਕਰਨਾ ਹੋਵੇਗਾ, ਕੋਈ ਭੱਜ ਦੌੜ ਨਹੀਂ ਕਰਨੀ ਪਵੇਗੀ ਅਤੇ ਪੈਸੇ ਵੀ ਜ਼ਿਆਦਾ ਮਿਲਣਗੇ। ਇਹ ਸੁਣ ਕੇ ਮੈਂ ਬਹੁਤ ਖੁਸ਼ ਹੋ ਗਿਆ। ਮੈਨੂੰ ਹੋਰ ਭਲਾ ਕੀ ਚਾਹੀਦਾ ਸੀ। ਮੈਂ ਤੁਰੰਤ ਮੰਨ ਗਿਆ ਅਤੇ ਆਪਣੀ ਨੌਕਰੀ ਛੱਡ ਕੇ ਉਸਦੇ ਘਰ ਚਲਾ ਗਿਆ। ਮੈਨੂੰ ਉਸਦੇ ਘਰ ਦੀ ਸਾਫ਼ ਸਫਾਈ ਦਾ ਕੰਮ ਮਿਲਿਆ ਸੀ। ਉੱਥੇ ਘਰ ਇੰਨੇ ਸਾਫ਼ ਤੇ ਵਧੀਆ ਬਣੇ ਹੁੰਦੇ ਹਨ ਕਿ ਮੇਰੇ ਲਈ ਇਹ ਕੰਮ ਬਿਲਕੁਲ ਵੀ ਔਖਾ ਨਹੀਂ ਸੀ। ਦੇਖਣ ਵਿੱਚ ਉਹ ਔਰਤ ਬਹੁਤ ਅਮੀਰ ਲੱਗ ਰਹੀ ਸੀ। ਵਧੀਆ ਖਾਣਾ ਪੀਣਾ ਅਤੇ ਪਹਿਨਾਵਾ ਤਾਂ ਚੰਗਾ ਹੁੰਦਾ ਹੀ ਸੀ, ਜਿਵੇਂ ਕਿ ਫਰਾਂਸ ਦੀਆਂ ਔਰਤਾਂ ਨੂੰ ਗਹਿਣੇ ਅਤੇ ਮਹਿੰਗੇ ਕੱਪੜਿਆਂ ਦਾ ਸ਼ੌਂਕ ਹੁੰਦਾ ਹੈ। ਕਦੇ-ਕਦੇ ਉਹਨਾਂ ਦੇ ਠਾਠ-ਬਾਠ ਦੇਖ ਕੇ ਮੈਂ ਹੈਰਾਨ ਰਹਿ ਜਾਂਦਾ ਸੀ ਕਿ ਮੈਂ ਇਹਨਾਂ ਲੋਕਾਂ ਨੂੰ ਕੰਮ ਕਰਦੇ ਕਦੇ ਨਹੀਂ ਦੇਖਿਆ, ਤਾਂ ਫਿਰ ਇਹਨਾਂ ਦਾ ਗੁਜ਼ਾਰਾ ਕਿਵੇਂ ਹੁੰਦਾ ਹੈ। ਹਾਲਾਂਕਿ ਵਿਧਵਾ ਹੋਣ ਤੋਂ ਬਾਅਦ ਇਹ ਔਰਤਾਂ ਅਲੱਗ ਰਹਿੰਦੀਆਂ ਸਨ। ਕੋਈ ਵੀ ਇਹਨਾਂ ਦਾ ਖਰਚਾ ਨਹੀਂ ਚੁੱਕਦਾ ਸੀ ਅਤੇ ਨਾ ਕੋਈ ਇਹਨਾਂ ਨੂੰ ਮਿਲਣ ਲਈ ਆਉਂਦਾ ਸੀ। ਇਹ 5-7 ਔਰਤਾਂ ਸਨ ਜੋ ਸਾਰੀਆਂ ਵਿਧਵਾ ਸਨ ਅਤੇ ਇਕੱਠੀਆਂ ਰਹਿੰਦੀਆਂ ਸਨ, ਪਰ ਸਾਰੀਆਂ ਔਰਤਾਂ ਚੰਗੀਆਂ ਅਤੇ ਨਰਮ ਦਿਲ ਸਨ। ਉਹਨਾਂ ਦੇ ਘਰ ਦੇ ਕੰਮ ਕਰਦੇ ਹੋਏ ਮੈਨੂੰ ਉਹਨਾਂ ਕਰਕੇ ਹੀ ਦੂਜੀਆਂ ਵਿਧਵਾ ਔਰਤਾਂ ਦੇ ਘਰ ਵੀ ਕੰਮ ਮਿਲਣ ਲੱਗਿਆ। ਪਰ ਮੇਰੇ ਦਿਮਾਗ ਵਿੱਚ ਇੱਕ ਗੱਲ ਫਸੀ ਹੋਈ ਸੀ ਕਿ ਆਖਰ ਉਹ ਮੈਨੂੰ ਹੀ ਕੰਮ ਕਿਉਂ ਦਿੰਦੀਆਂ ਸਨ। ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਮੁੰਡੇ ਉੱਥੇ ਕੰਮ ਕਰ ਰਹੇ ਹੁੰਦੇ ਹਨ ਜੋ ਕਿ ਮਿਹਨਤੀ ਵੀ ਸਨ ਅਤੇ ਖੂਬਸੂਰਤ ਵੀ, ਪਰ ਉਹਨਾਂ ਨੇ ਮੈਨੂੰ ਹੀ ਕਿਉਂ ਚੁਣਿਆ। ਅਤੇ ਇਹ ਰਾਜ਼ ਇੱਕ ਦਿਨ ਖੁੱਲ੍ਹ ਹੀ ਗਿਆ ਜਦੋਂ ਮੇਰੀ ਮਾਲਕਣ ਆਪਣੀ ਕਿਸੇ ਸਹੇਲੀ ਦੇ ਨਾਲ ਮੇਰੇ ਬਾਰੇ ਵਿੱਚ ਗੱਲ ਕਰ ਰਹੀ ਸੀ ਕਿ ਇਹ ਮੁੰਡਾ ਬਹੁਤ ਤਮੀਜ਼ ਵਾਲਾ ਅਤੇ ਸ਼ਰੀਫ ਹੈ। ਪਹਿਲੀ ਨਜ਼ਰ ਵਿੱਚ ਹੀ ਉਸਦੇ ਵਰਤਾਓ ਨੇ ਮੈਨੂੰ ਆਪਣੇ ਵੱਲ ਆਕਰਸ਼ਿਤ ਕਰ ਲਿਆ ਸੀ। ਇਹ ਮੁੰਡਾ ਦੇਖਣ ਵਿੱਚ ਹੀ ਲੱਗਦਾ ਹੈ ਕਿ ਉਹ ਆਪਣੇ ਕੰਮ ਤੋਂ ਕੰਮ ਰੱਖਣ ਵਾਲਾ ਹੈ। ਇਹ ਜ਼ਿਆਦਾ ਖੋਜਬੀਨ ਵਿੱਚ ਨਹੀਂ ਪੈਂਦਾ, ਜਿਸ ਕਰਕੇ ਸਾਨੂੰ ਆਸਾਨੀ ਹੋਵੇਗੀ। ਸਾਨੂੰ ਅਜਿਹਾ ਹੀ ਮੁੰਡਾ ਚਾਹੀਦਾ ਸੀ ਜੋ ਸਾਡੇ ਕੰਮ ਵਿੱਚ ਦਖਲ ਅੰਦਾਜ਼ੀ ਨਾ ਕਰੇ। ਮੈਂ ਆਪਣੀ ਤਾਰੀਫ ਸੁਣ ਕੇ ਬਹੁਤ ਖੁਸ਼ ਹੋ ਗਿਆ ਅਤੇ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਆਖਰ ਉਹਨਾਂ ਦੇ ਅਜਿਹੇ ਕਿਹੜੇ ਰਾਜ਼ ਹਨ ਜਿਸ ਕਰਕੇ ਉਹਨਾਂ ਨੂੰ ਮੇਰੇ ਵਰਗੇ ਮੁੰਡੇ ਦੀ ਜ਼ਰੂਰਤ ਸੀ। ਮੈਂ ਸੱਚਮੁੱਚ ਹੀ ਉਹਨਾਂ ਦੀ ਕਿਸੇ ਗੱਲ ਵੱਲ ਧਿਆਨ ਨਹੀਂ ਦਿੰਦਾ ਸੀ ਅਤੇ ਨਾ ਹੀ ਕਦੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਕੋਲ ਇੰਨਾ ਪੈਸਾ ਕਿੱਥੋਂ ਆਉਂਦਾ ਹੈ। ਪਰ ਕੁਝ ਦਿਨ ਹੋਰ ਗੁਜ਼ਰੇ ਤਾਂ ਮੈਨੂੰ ਉਹਨਾਂ ਦੇ ਕੁਝ ਅਜਿਹੇ ਰਾਜ਼ ਪਤਾ ਚੱਲੇ ਜੋ ਮੇਰੇ ਰੌਂਗਟੇ ਖੜ੍ਹੇ ਕਰ ਗਏ। ਉਹਨਾਂ ਦਾ ਕੋਈ ਸਹਾਰਾ ਨਹੀਂ ਸੀ, ਇਸ ਲਈ ਉਹ ਵਿਧਵਾ ਅਤੇ ਤਨਹਾਈ ਦੀਆਂ ਸਤਾਈਆਂ ਹੋਈਆਂ ਔਰਤਾਂ ਆਪਣੀਆਂ ਖੁਆਇਸ਼ਾਂ ਨੂੰ ਪੂਰਾ ਕਰਨ ਲਈ ਆਪਣਾ ਰਸਤਾ ਚੁਣ ਚੁੱਕੀਆਂ ਸਨ, ਜਿਸ ਬਾਰੇ ਵਿੱਚ ਸ਼ਾਇਦ ਕੋਈ ਵੀ ਸੋਚ ਨਹੀਂ ਸਕਦਾ ਸੀ। ਆਪਣੀ ਮਾਲਕਣ ਨੂੰ ਉਹਨਾਂ ਦੇ ਹਾਲ 'ਤੇ ਛੱਡ ਦੇਣ ਦੇ ਕੁਝ ਦਿਨ ਬਾਅਦ ਮੈਨੂੰ ਆਪਣੇ ਇੱਕ ਜਾਣਨ ਵਾਲੇ ਦੇ ਜ਼ਰੀਏ ਕੋਈ ਕੰਮ ਮਿਲਿਆ ਅਤੇ ਜਦੋਂ ਮੈਂ ਉਸ ਦੋਸਤ ਦੇ ਨਾਲ ਕੰਮ ਦੀ ਜਗ੍ਹਾ ਪਹੁੰਚਿਆ ਤਾਂ ਮੈਨੂੰ ਅਚਾਨਕ ਯਾਦ ਆਇਆ ਕਿ ਇਹ ਉਹੀ ਮਹਿਲ ਸੀ ਜਿਸ ਵਿੱਚ ਮੈਂ ਆਪਣੀ ਮਾਲਕਣ ਨੂੰ ਜਾਂਦੇ ਦੇਖਿਆ ਸੀ। ਅਸੀਂ ਅੰਦਰ ਗਏ ਤਾਂ ਪਤਾ ਚੱਲਿਆ ਕਿ ਉੱਥੋਂ ਦਾ ਮਾਲਕ ਬਹੁਤ ਹੀ ਬੁੱਢਾ ਆਦਮੀ ਸੀ ਅਤੇ ਉਹ ਇੰਨਾ ਅਮੀਰ ਸੀ ਕਿ ਆਪਣਾ ਹਰ ਕੰਮ ਪੈਸਿਆਂ ਨਾਲ ਕਰਵਾਉਂਦਾ ਸੀ। ਮੈਂ ਜਦੋਂ ਕੰਮ ਬਾਰੇ ਪੁੱਛਿਆ ਤਾਂ ਮੈਨੂੰ ਜੋ ਕੰਮ ਦੱਸਿਆ ਗਿਆ ਤਾਂ ਮੈਨੂੰ ਝਟਕਾ ਲੱਗਿਆ ਸੀ। ਮੇਰੀ ਤਾਂ ਹਾਲਤ ਹੀ ਵਿਗੜਨ ਲੱਗੀ ਸੀ। ਬੇਸ਼ੱਕ ਮੈਂ ਗਰੀਬ ਅਤੇ ਮਜ਼ਦੂਰ ਸੀ, ਪਰ ਅਜਿਹਾ ਕੰਮ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਸੀ। ਮੈਂ ਉਲਝਣ ਵਿੱਚ ਸੀ ਅਤੇ ਮੈਂ ਇਸ ਵੇਲੇ ਜਵਾਬ ਨਹੀਂ ਦੇ ਪਾ ਰਿਹਾ ਸੀ ਅਤੇ ਬੇਚੈਨੀ ਵਿੱਚ ਇੱਧਰ ਉੱਧਰ ਟਹਿਲ ਰਿਹਾ ਸੀ ਕਿ ਮੈਂ ਉੱਥੇ ਆਪਣੀ ਮਾਲਕਣ ਨੂੰ ਦੇਖਿਆ। ਮੇਰੀ ਦੂਜੀ ਮਾਲਕਣ ਵੀ ਉੱਥੇ ਹੀ ਮੌਜੂਦ ਸੀ। ਮੈਨੂੰ ਇੱਕਦਮ ਖਿਆਲ ਆਇਆ ਕਿ ਅੱਜ ਮੈਂ ਵੀ ਪਤਾ ਕਰ ਲੈਂਦਾ ਹਾਂ ਕਿ ਉਹ ਉੱਥੇ ਕਿਉਂ ਆਉਂਦੀਆਂ ਸਨ। ਬੁੱਢੇ ਆਦਮੀ ਕੋਲ ਹਰ ਵੇਲੇ ਰੌਣਕ ਲੱਗੀ ਰਹਿੰਦੀ ਸੀ ਅਤੇ ਉਹ ਮਹਿਫਲਾਂ ਸਜਾ ਕੇ ਰੱਖਦਾ ਸੀ। ਉਸਦੀ ਮਹਿਮਾਨ ਨਵਾਜੀ ਵਿੱਚ ਬਹੁਤ ਸਾਰੇ ਅਮੀਰ ਆਦਮੀ ਉਸ ਕੋਲ ਰੁਕਦੇ ਵੀ ਸਨ। ਮੈਂ ਆਪਣੀ ਮਾਲਕਣ ਨੂੰ ਉਹਨਾਂ ਮਹਿਮਾਨਤਾਨੀ ਲੋਕਾਂ ਦੇ ਕਮਰਿਆਂ ਵਿੱਚੋਂ ਨਿਕਲਦੇ ਤੇ ਜਾਂਦੇ ਦੇਖਿਆ ਤਾਂ ਮੈਨੂੰ ਇੱਕਦਮ ਝਟਕਾ ਲੱਗਿਆ। ਮੈਂ ਆਪਣਾ ਕੰਮ ਭੁੱਲ ਕੇ ਉਹਨਾਂ ਦੀ ਜਾਸੂਸੀ ਕਰਨ ਲੱਗਿਆ ਅਤੇ ਮੈਂ ਉਹਨਾਂ ਨੂੰ ਉਹਨਾਂ ਕਮਰਿਆਂ ਵਿੱਚ ਜੋ ਕੰਮ ਕਰਦੇ ਦੇਖਿਆ ਤਾਂ ਮੈਂ ਹੈਰਾਨ ਰਹਿ ਗਿਆ। ਮੈਨੂੰ ਉਹਨਾਂ ਉੱਪਰ ਤਰਸ ਵੀ ਆ ਰਿਹਾ ਸੀ ਅਤੇ ਅਫਸੋਸ ਵੀ ਹੋ ਰਿਹਾ ਸੀ। ਇਸ ਤੋਂ ਚੰਗਾ ਹੁੰਦਾ ਕਿ ਉਹ ਕਿਸੇ ਅਮੀਰ ਆਦਮੀ ਨਾਲ ਵਿਆਹ ਕਰ ਲੈਂਦੀ ਅਤੇ ਆਰਾਮ ਦੀ ਜ਼ਿੰਦਗੀ ਗੁਜ਼ਾਰਦੀ। ਮੇਰੇ ਦੋਸਤ ਨੇ ਮੈਨੂੰ ਪੁੱਛਿਆ ਤਾਂ ਮੈਂ ਸਾਫ਼ ਮਨਾ ਕਰ ਦਿੱਤਾ। ਮੈਂ ਆਪਣੀ ਮਜਬੂਰੀ ਵਿੱਚ ਵੀ ਅਜਿਹਾ ਕੰਮ ਕਰਨ ਬਾਰੇ ਸੋਚ ਨਹੀਂ ਸਕਦਾ ਸੀ। ਹਾਲਾਂਕਿ ਪੈਸਾ ਇੰਨਾ ਮਿਲ ਰਿਹਾ ਸੀ ਕਿ ਮੈਂ ਆਰਾਮ ਨਾਲ ਆਪਣੀ ਪੜ੍ਹਾਈ ਵੀ ਪੂਰੀ ਕਰ ਲੈਂਦਾ ਅਤੇ ਆਪਣੇ ਮਾਂ-ਬਾਪ ਨੂੰ ਵੀ ਵਧੀਆ ਜ਼ਿੰਦਗੀ ਦੇ ਸਕਦਾ ਸੀ, ਪਰ ਉਹ ਕੰਮ ਕਰਨਾ ਮੇਰੀ ਗੈਰਤ ਦੇ ਖਿਲਾਫ ਸੀ। ਉਸ ਬੁੱਢੇ ਅਮੀਰ ਆਦਮੀ ਨੂੰ ਆਪਣੇ ਪਰਸਨਲ ਜ਼ਰੂਰਤ ਲਈ ਮੇਰੀ ਮਦਦ ਦੀ ਜ਼ਰੂਰਤ ਸੀ। ਮੈਨੂੰ ਉਸਦੇ ਬਾਥਰੂਮ ਜਾਣ ਅਤੇ ਉੱਥੇ ਉਸਨੂੰ ਸਾਫ਼ ਕਰਨ ਅਤੇ ਉਸਨੂੰ ਨਲਾਉਣ ਧਰਾਉਣ ਦਾ ਕੰਮ ਦਿੱਤਾ ਜਾ ਰਿਹਾ ਸੀ ਅਤੇ ਮੈਂ ਇਹ ਕੰਮ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਸੀ। ਮੈਨੂੰ ਪਤਾ ਸੀ ਕਿ ਮੈਂ ਮਨਾ ਕਰ ਰਿਹਾ ਹਾਂ, ਪਰ ਕੋਈ ਹੋਰ ਇਹ ਕੰਮ ਆਰਾਮ ਨਾਲ ਕਰ ਲਵੇਗਾ। ਪੈਸੇ ਦੀ ਖਾਤਰ ਕੋਈ ਵੀ ਅਜਿਹਾ ਕੰਮ ਕਰ ਸਕਦਾ ਹੈ। ਮੈਂ ਹਾਲੇ ਜਵਾਨ ਸੀ
ਮੈਨੂੰ ਹੋਰ ਵੀ ਕੰਮ ਮਿਲ ਸਕਦੇ ਸਨ ਜਿਨ੍ਹਾਂ ਵਿੱਚ ਪੈਸਾ ਵੀ ਹੁੰਦਾ ਹੈ ਅਤੇ ਇੱਜ਼ਤ ਵੀ। ਮੈਂ ਇਸ ਘੁਟਣ ਭਰੇ ਮਹਿਲ ਵਿੱਚੋਂ ਬਾਹਰ ਨਿਕਲ ਗਿਆ ਅਤੇ ਚੁੱਪਚਾਪ ਇਹਨਾਂ ਵਿਧਵਾ ਔਰਤਾਂ ਦੇ ਘਰ ਦੀ ਸਫਾਈ ਦਾ ਕੰਮ ਕਰਦਾ ਰਿਹਾ ਅਤੇ ਇਸ ਕੰਮ ਨਾਲ ਹੀ ਪੈਸੇ ਜਮ੍ਹਾਂ ਕਰਦਾ ਰਿਹਾ। ਮੈਂ ਚਾਹ ਕੇ ਵੀ ਉਹਨਾਂ ਵਿਧਵਾ ਔਰਤਾਂ ਦੀ ਮਦਦ ਨਹੀਂ ਕਰ ਸਕਦਾ ਸੀ। ਜੇਕਰ ਕਿਸੇ ਇੱਕ ਦੀ ਗੱਲ ਹੁੰਦੀ ਤਾਂ ਸ਼ਾਇਦ ਮੈਂ ਉਸ ਨਾਲ ਵਿਆਹ ਵੀ ਕਰ ਲੈਂਦਾ ਤਾਂ ਜੋ ਉਹਨਾਂ ਨੂੰ ਆਪਣੀਆਂ ਖੁਆਇਸ਼ਾਂ ਅਤੇ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅਜਿਹੇ ਕੰਮ ਨਾ ਕਰਨੇ ਪੈਣ, ਪਰ ਅਜਿਹਾ ਮੁਮਕਿਨ ਨਹੀਂ ਸੀ। ਉਹ ਵਿਧਵਾ ਔਰਤਾਂ ਪੈਸੇ ਕਮਾਉਣ ਲਈ ਇਸ ਹੱਦ ਤੱਕ ਮਜਬੂਰ ਹੋ ਗਈਆਂ ਸਨ ਕਿ ਉਸ ਬੁੱਢੇ ਆਦਮੀ ਦੇ ਬੁੱਢੇ ਦੋਸਤਾਂ ਦੀ ਮਾਲਿਸ਼ ਕਰਦੀਆਂ ਸਨ। ਦਰਅਸਲ ਅਜਿਹੀਆਂ ਮਹਿਫਲਾਂ ਸਜਾਈਆਂ ਹੀ ਇਸ ਲਈ ਜਾਂਦੀਆਂ ਸਨ ਕਿ ਪੈਸੇ ਦੇ ਕੇ ਖੂਬਸੂਰਤ ਔਰਤਾਂ ਤੋਂ ਮਾਲਿਸ਼ ਕਰਵਾਈ ਜਾ ਸਕੇ। ਉਸ ਮਾਲਿਸ਼ ਦੇ ਬਦਲੇ ਵਿੱਚ ਉਹਨਾਂ ਔਰਤਾਂ ਨੂੰ ਬਹੁਤ ਸਾਰੇ ਪੈਸੇ ਮਿਲ ਜਾਂਦੇ ਸਨ ਜਿਨ੍ਹਾਂ ਨਾਲ ਉਹਨਾਂ ਦਾ ਗੁਜ਼ਾਰਾ ਬਹੁਤ ਆਸਾਨੀ ਨਾਲ ਹੋ ਜਾਂਦਾ ਸੀ। ਇਹ ਔਰਤਾਂ ਬੇਸਹਾਰਾ ਸਨ। ਵਿਧਵਾ ਹੋਣ ਤੋਂ ਬਾਅਦ ਜਦੋਂ ਸਾਰਿਆਂ ਨੇ ਇਹਨਾਂ ਔਰਤਾਂ ਤੋਂ ਮੂੰਹ ਮੋੜ ਲਿਆ ਤਾਂ ਇਹ ਆਪਣਾ ਪੇਟ ਪਾਲਣ ਲਈ ਇਸ ਹੱਦ ਤੱਕ ਚਲੀਆਂ ਗਈਆਂ ਕਿ ਹਵਸ ਦੇ ਭੁੱਖੇ ਬੁੱਢਿਆਂ ਦੀ ਮਾਲਿਸ਼ ਕਰਨ ਲਈ ਮਜਬੂਰ ਹੋ ਗਈਆਂ। ਇਹਨਾਂ ਨੂੰ ਦੇਖ ਕੇ ਮੈਨੂੰ ਬਹੁਤ ਦੁੱਖ ਹੁੰਦਾ ਸੀ। ਪਤਾ ਨਹੀਂ ਇਹ ਕਿਸ ਦਰਦ ਵਿੱਚੋਂ ਗੁਜ਼ਰਦੀਆਂ ਹੋਣਗੀਆਂ ਅਤੇ ਉਹਨਾਂ ਬੁੱਢਿਆਂ ਦੀਆਂ ਗੰਦੀਆਂ ਨਜ਼ਰਾਂ ਨੂੰ ਕਿਵੇਂ ਬਰਦਾਸ਼ਤ ਕਰਦੀਆਂ ਹੋਣਗੀਆਂ। ਉਹ ਅਮੀਰ ਲੋਕ ਜਿਨ੍ਹਾਂ ਦੀਆਂ ਪਤਨੀਆਂ ਵੀ ਨਹੀਂ ਸਨ ਇੰਨੇ ਬੇਰਹਿਮ ਹੋ ਗਏ ਸਨ ਕਿ ਉਹਨਾਂ ਵਿਧਵਾ ਬੇਸਹਾਰਾ ਔਰਤਾਂ ਦੀ ਜ਼ਿੰਮੇਵਾਰੀ ਵੀ ਨਹੀਂ ਚੁੱਕ ਸਕਦੇ ਸਨ, ਉਹਨਾਂ ਦੀ ਰੱਖਿਆ ਨਹੀਂ ਕਰ ਸਕਦੇ ਸਨ, ਪਰ ਪੈਸੇ ਦੇ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਲੈਂਦੇ ਸਨ। ਜੇਕਰ ਇੱਕ ਔਰਤ ਦਾ ਤਲਾਕ ਹੁੰਦਾ ਹੈ ਜਾਂ ਉਹ ਵਿਧਵਾ ਹੋ ਜਾਂਦੀ ਹੈ ਤਾਂ ਉਸ ਨੂੰ ਘਰ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਅਜਿਹੀਆਂ ਔਰਤਾਂ ਦੇ ਘਰ ਵਾਲੇ ਵੀ ਉਹਨਾਂ ਨਾਲ ਹਰ ਰਿਸ਼ਤਾ ਤੋੜ ਦਿੰਦੇ ਹਨ ਅਤੇ ਉਹ ਮਜਬੂਰ ਹੋ ਜਾਂਦੀ ਹੈ, ਸੜਕ 'ਤੇ ਆ ਜਾਂਦੀ ਹੈ ਅਤੇ ਆਪਣਾ ਪੇਟ ਪਾਲਣ ਲਈ ਹਰ ਕਿਸਮ ਦਾ ਕੰਮ ਕਰਦੀ ਹੈ। ਮਜਬੂਰੀ ਉਹਨਾਂ ਨੂੰ ਇਹ ਦੇਖਣ ਨਹੀਂ ਦਿੰਦੀ ਕਿ ਕੀ ਸਹੀ ਹੈ ਅਤੇ ਕੀ ਗਲਤ। ਇਹ ਸਾਡੇ ਸਮਾਜ ਦਾ ਬਹੁਤ ਵੱਡਾ ਮਸਲਾ ਹੈ। ਜੇਕਰ ਇਹਨਾਂ ਔਰਤਾਂ ਨੂੰ ਸਹਾਰਾ ਦਿੱਤਾ ਜਾਵੇ ਤਾਂ ਉਹ ਅਜਿਹੇ ਕੰਮ ਕਰਨ ਲਈ ਮਜਬੂਰ ਨਾ ਹੋਣ। ਮੈਂ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਸੀ, ਪਰ ਮੈਂ ਤਾਂ ਆਪ ਉਹਨਾਂ ਦੇ ਘਰ ਇੱਕ ਛੋਟਾ ਜਿਹਾ ਨੌਕਰ ਸੀ। ਮੈਂ ਆਪ ਉਹਨਾਂ ਤੋਂ ਪੈਸੇ ਲੈਂਦਾ ਸੀ। ਮੈਂ ਕੁਝ ਨਹੀਂ ਕਰ ਸਕਦਾ ਸੀ, ਇਸ ਲਈ ਚੁੱਪਚਾਪ ਉੱਥੋਂ ਚਲਾ ਗਿਆ ਅਤੇ ਆਪਣੀ ਮਾਲਕਣ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਣ ਦਿੱਤਾ ਕਿ ਮੈਂ ਸਭ ਕੁਝ ਜਾਣ ਚੁੱਕਿਆ ਹਾਂ। ਮੈਂ ਉਹਨਾਂ ਨੂੰ ਸਭ ਕੁਝ ਦੱਸ ਕੇ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ ਸੀ, ਪਰ ਸ਼ਾਇਦ ਮੇਰੀ ਮਾਲਕਣ ਨੂੰ ਪਤਾ ਲੱਗ ਗਿਆ ਸੀ ਕਿ ਮੈਨੂੰ ਸੱਚਾਈ ਦਾ ਪਤਾ ਚੱਲ ਗਿਆ ਹੈ। ਇਸ ਲਈ ਇੱਕ ਦਿਨ ਮੈਂ ਸਫਾਈ ਕਰ ਰਿਹਾ ਸੀ ਕਿ ਉਦੋਂ ਮੇਰੀ ਮਾਲਕਣ ਨੇ ਮੈਨੂੰ ਬੁਲਾਇਆ ਅਤੇ ਆਪਣੇ ਕੋਲ ਬਿਠਾਇਆ ਅਤੇ ਮੈਨੂੰ ਕਿਹਾ ਕਿ ਮੈਂ ਸਭ ਜਾਣਦੀ ਹਾਂ, ਤੈਨੂੰ ਸਾਡੀ ਸੱਚਾਈ ਪਤਾ ਲੱਗ ਗਈ ਹੈ, ਪਰ ਤੂੰ ਮੈਨੂੰ ਕੁਝ ਨਹੀਂ ਕਰ ਰਿਹਾ ਅਤੇ ਨਾ ਹੀ ਮੇਰੇ ਤੋਂ ਕੁਝ ਪੁੱਛਿਆ ਕਿ ਮੈਂ ਅਜਿਹਾ ਕਿਉਂ ਕਰਦੀ ਹਾਂ। ਇੰਨਾ ਤਾਂ ਤੂੰ ਸਮਝ ਗਿਆ ਹੋਵੇਗਾ ਕਿ ਮਜਬੂਰੀ ਇਨਸਾਨ ਤੋਂ ਕੀ ਨਹੀਂ ਕਰਵਾ ਸਕਦੀ। ਮੈਂ ਆਪਣੇ ਪਤੀ ਨਾਲ ਬਹੁਤ ਖੁਸ਼ ਸੀ। ਉਹ ਮੇਰਾ ਬਹੁਤ ਖਿਆਲ ਰੱਖਦਾ ਸੀ। ਉਸ ਕੋਲ ਕੋਈ ਪ੍ਰਾਪਰਟੀ ਵਗੈਰਾ ਨਹੀਂ ਸੀ, ਬਸ ਜੌਬ ਕਰਕੇ ਵਧੀਆ ਪੈਸੇ ਕਮਾ ਲੈਂਦਾ ਸੀ ਅਤੇ ਮੈਂ ਇਸੇ ਵਿੱਚ ਖੁਸ਼ ਰਹਿੰਦੀ ਸੀ। ਪਰ ਇੱਕ ਦਿਨ ਉਸ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਪੈਰਾਂ ਤੋਂ ਅਪਾਹਜ ਹੋ ਗਿਆ ਅਤੇ ਨੌਕਰੀ ਕਰਨ ਦੇ ਵੀ ਕਾਬਿਲ ਨਹੀਂ ਰਿਹਾ। ਸਾਡੇ ਘਰ ਦੇ ਹਾਲਾਤ ਬਹੁਤ ਖਰਾਬ ਹੋ ਗਏ। ਮੇਰੇ ਪਤੀ ਦਾ ਇਲਾਜ, ਉਸ ਦੀ ਦਵਾਈ, ਡਾਕਟਰ ਦੀ ਫੀਸ ਦਾ ਖਰਚਾ ਹੁਣ ਹੋਰ ਜ਼ਿਆਦਾ ਵੱਧ ਗਿਆ ਸੀ ਅਤੇ ਕਮਾਉਣ ਵਾਲਾ ਕੋਈ ਨਹੀਂ ਸੀ। ਮੈਂ ਬਹੁਤ ਪਰੇਸ਼ਾਨ ਰਹਿਣ ਲੱਗੀ ਸੀ। ਮੈਂ ਆਪਣੇ ਪਤੀ ਨੂੰ ਵੀ ਇਕੱਲਾ ਛੱਡ ਕੇ ਨਹੀਂ ਜਾ ਸਕਦੀ ਸੀ ਕਿਉਂਕਿ ਉਸ ਦੀ ਜ਼ਿੰਮੇਵਾਰੀ ਵੀ ਹੁਣ ਮੇਰੇ ਮੋਢਿਆਂ 'ਤੇ ਆ ਗਈ ਸੀ। ਕੁਝ ਲੋਕਾਂ ਨੇ ਹਮਦਰਦੀ ਕਰਕੇ ਸਾਨੂੰ ਕੁਝ ਪੈਸੇ ਦਿੱਤੇ। ਮੇਰੇ ਪਤੀ ਦੇ ਜ਼ਖਮ ਕੁਝ ਠੀਕ ਹੋਣ ਲੱਗੇ, ਪਰ ਜਦੋਂ ਉਹ ਪੈਸੇ ਵੀ ਖਤਮ ਹੋਣ ਨੂੰ ਆਏ ਤਾਂ ਮੈਨੂੰ ਘਰ ਵਿੱਚੋਂ ਨਿਕਲਣਾ ਹੀ ਪਿਆ। ਕੰਮ ਦੀ ਤਲਾਸ਼ ਵਿੱਚ ਇੱਕ ਜਵਾਨ ਖੂਬਸੂਰਤ ਔਰਤ ਨੂੰ ਦੇਖ ਕੇ ਹਰ ਕਿਸੇ ਦੀ ਲਾਰ ਟਪਕਦੀ ਹੈ। ਸਭ ਮੈਨੂੰ ਹਵਸ ਭਰੀਆਂ ਨਜ਼ਰਾਂ ਨਾਲ ਉੱਪਰ ਤੋਂ ਨੀਚੇ ਤੱਕ ਦੇਖਦੇ ਸਨ। ਮੈਂ ਆਪਣਾ ਚਿਹਰਾ ਲੁਕਾ ਕੇ ਜਾਂਦੀ ਸੀ, ਫਿਰ ਵੀ ਲੋਕਾਂ ਦੀਆਂ ਨਜ਼ਰਾਂ ਮੇਰੇ ਵੱਲ ਝਾਕਦੀਆਂ ਹੀ ਰਹਿੰਦੀਆਂ ਸਨ। ਇਸੇ ਦੌਰਾਨ ਮੈਨੂੰ ਕੁਝ ਥਾਵਾਂ 'ਤੇ ਕੰਮ 'ਤੇ ਰੱਖਿਆ ਗਿਆ, ਪਰ ਕੁਝ ਦਿਨ ਕੰਮ ਕਰਨ ਤੋਂ ਬਾਅਦ ਉਹ ਸਭ ਮੈਨੂੰ ਪਰੇਸ਼ਾਨ ਕਰਨ ਲੱਗਦੇ ਸਨ ਅਤੇ ਮੈਂ ਜ਼ਰੂਰਤਮੰਦ ਹੋਣ ਦੇ ਬਾਵਜੂਦ ਵੀ ਮਜਬੂਰੀ ਵਿੱਚ ਉਹ ਕੰਮ ਛੱਡ ਦਿੰਦੀ ਤਾਂ ਮੈਨੂੰ ਬਹੁਤ ਮਿਹਨਤ ਵਾਲੇ ਕੰਮ ਕਰਨੇ ਪੈਂਦੇ, ਜਿਨ੍ਹਾਂ ਕਰਕੇ ਮੈਂ ਬਹੁਤ ਥੱਕ ਜਾਂਦੀ ਸੀ ਅਤੇ ਜਦੋਂ ਘਰ ਆਉਂਦੀ ਤਾਂ ਪਤੀ ਦੇ ਨਾ ਖਤਮ ਹੋਣ ਵਾਲੇ ਕੰਮ ਸ਼ੁਰੂ ਹੋ ਜਾਂਦੇ ਸਨ। ਉਹ ਬਾਥਰੂਮ ਜਾਣ ਲਈ ਵੀ ਮੇਰਾ ਮੁਹਤਾਜ ਸੀ। ਹੁਣ ਮੈਂ ਥੱਕਣ ਲੱਗੀ ਸੀ। ਜੇਕਰ ਪਤੀ ਨੂੰ ਕੁਝ ਕਹਿੰਦੀ ਤਾਂ ਉਸ ਨੂੰ ਬਹੁਤ ਗੁੱਸਾ ਆਉਂਦਾ ਅਤੇ ਉਹ ਕਹਿੰਦਾ, ਹੁਣ ਤੂੰ ਬਸ ਮੈਨੂੰ ਛੱਡ ਕੇ ਜਾਣਾ ਚਾਹੁੰਦੀ ਹੈ ਕਿਉਂਕਿ ਮੈਂ ਅਪਾਹਜ ਹੋ ਚੁੱਕਿਆ ਹਾਂ। ਮੈਂ ਜਦੋਂ ਤੱਕ ਤੈਨੂੰ ਕਮਾ ਕੇ ਦਿੰਦਾ ਸੀ ਤਾਂ ਤੂੰ ਖੁਸ਼ ਸੀ, ਹੁਣ ਜਦੋਂ ਤੂੰ ਕਮਾਉਣ ਲੱਗੀ ਹੈ ਤਾਂ ਤੂੰ ਅਹਿਸਾਨ ਜਤਾਉਂਦੀ ਹੈ। ਪਤੀ ਦੀਆਂ ਗੱਲਾਂ ਨਾਲ ਮੈਨੂੰ ਬਹੁਤ ਤਕਲੀਫ ਹੁੰਦੀ ਸੀ, ਪਰ ਮੈਨੂੰ ਪਤਾ ਸੀ ਕਿ ਉਹ ਅਪਾਹਜ ਹੋਣ ਦੇ ਕਾਰਨ ਚਿੜਚਿੜਾ ਹੋ ਗਿਆ ਹੈ
ਉਸ ਨੂੰ ਕਿਸੇ ਦਾ ਮੁਹਤਾਜ ਹੋਣ ਵਾਲੀ ਜ਼ਿੰਦਗੀ ਪਸੰਦ ਨਹੀਂ, ਇਸ ਲਈ ਗੁੱਸਾ ਕਰਦਾ ਹੈ। ਪਰ ਮੇਰੇ ਪਤੀ ਨੂੰ ਨਹੀਂ ਪਤਾ ਸੀ ਕਿ ਮਰਦ ਜੇਕਰ ਕੰਮ ਕਰੇ ਤਾਂ ਉਸਦੇ ਲਈ ਇੰਨੇ ਮਸਲੇ ਨਹੀਂ ਹੁੰਦੇ, ਪਰ ਔਰਤ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਮੈਂ ਆਪਣੇ ਪਤੀ ਨੂੰ ਇਹ ਸਭ ਕੁਝ ਨਹੀਂ ਕਹਿ ਸਕਦੀ ਸੀ। ਮੈਂ ਗੱਡੀਆਂ ਦੇ ਸ਼ੋਰੂਮ ਵਿੱਚ ਨੌਕਰੀ ਕਰ ਰਹੀ ਸੀ। ਮੇਰਾ ਕੰਮ ਬਸ ਸਫਾਈ ਕਰਨਾ ਸੀ। ਤਾਂ ਇੱਕ ਦਿਨ ਇਹ ਬੁੱਢਾ ਆਦਮੀ ਆਪਣੀ ਗੱਡੀ ਖਰੀਦਣ ਲਈ ਉੱਥੇ ਆਇਆ ਤਾਂ ਉਸਦੀ ਨਜ਼ਰ ਮੇਰੇ ਉੱਪਰ ਗਈ ਅਤੇ ਮੈਂ ਉਸਨੂੰ ਉਸਦੇ ਕੰਮ ਲਈ ਪਸੰਦ ਆ ਗਈ ਸੀ। ਉਹ ਬੁੱਢਾ ਆਦਮੀ ਮੈਨੂੰ ਮਿਲਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਉਸ ਕੋਲ ਬਹੁਤ ਪੈਸਾ ਹੈ ਅਤੇ ਉਹ ਅਯਾਸ਼ ਕਿਸਮ ਦਾ ਆਦਮੀ ਹੈ। ਪਰ ਮੈਨੂੰ ਵੀ ਹੁਣ ਪੈਸਿਆਂ ਤੋਂ ਮਤਲਬ ਸੀ। ਮੈਨੂੰ ਉਸਦੇ ਘਰ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਬਿਨਾਂ ਸੋਚੇ ਸਮਝੇ ਹਾਮੀ ਭਰ ਦਿੱਤੀ ਅਤੇ ਉਸਦੇ ਘਰ ਕੰਮ ਕਰਨ ਲੱਗੀ। ਰਾਤ ਨੂੰ ਇਹ ਮੇਰੇ ਤੋਂ ਆਪਣੇ ਜਿਸਮ ਦੀ ਮਾਲਿਸ਼ ਕਰਵਾਉਂਦਾ ਸੀ। ਮੈਨੂੰ ਬਹੁਤ ਰੋਣਾ ਆਉਂਦਾ ਸੀ, ਪਰ ਮਜਬੂਰੀ ਇਨਸਾਨ ਤੋਂ ਕੀ ਨਹੀਂ ਕਰਵਾਉਂਦੀ। ਪਤੀ ਦੀ ਤਬੀਅਤ ਹੋਰ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਸੀ। ਮੇਰਾ ਪਤੀ ਅਪਾਹਜ ਹੋਣ ਕਰਕੇ ਇੰਨਾ ਉਦਾਸ ਹੋ ਗਿਆ ਸੀ ਕਿ ਬਿਮਾਰ ਰਹਿਣ ਲੱਗ ਗਿਆ ਸੀ ਅਤੇ ਪੂਰੀ ਤਰ੍ਹਾਂ ਬਿਸਤਰ ਨਾਲ ਲੱਗ ਗਿਆ। ਮੈਨੂੰ ਉਸ ਉੱਪਰ ਬਹੁਤ ਤਰਸ ਆਉਂਦਾ ਸੀ। ਉਸ ਦੀ ਹਾਲਤ ਖਰਾਬ ਹੁੰਦੇ ਹੁੰਦੇ ਉਸ ਦੀ ਮੌਤ ਦਾ ਕਾਰਨ ਬਣ ਗਈ ਅਤੇ ਇੱਕ ਦਿਨ ਉਹ ਚੁੱਪਚਾਪ ਇਸ ਦੁਨੀਆ ਤੋਂ ਚਲਾ ਗਿਆ। ਆਪਣੇ ਪਤੀ ਦੀ ਮੌਤ ਤੋਂ ਬਾਅਦ ਮੈਂ ਟੁੱਟ ਗਈ ਸੀ, ਪਰ ਜਦੋਂ ਹੋਸ਼ ਸੰਭਾਲਿਆ ਤਾਂ ਪਤਾ ਲੱਗਿਆ ਕਿ ਹੁਣ ਤਾਂ ਜ਼ਿੰਦਗੀ ਹੋਰ ਵੀ ਜ਼ਿਆਦਾ ਮੁਸ਼ਕਿਲ ਹੋ ਗਈ ਹੈ। ਇਸ ਲਈ ਮੈਂ ਇਹ ਕੰਮ ਨਹੀਂ ਛੱਡਿਆ, ਬਲਕਿ ਆਪਣੇ ਵਰਗੀਆਂ ਦੂਜੀਆਂ ਵਿਧਵਾ ਔਰਤਾਂ ਜੋ ਗਲਤ ਕੰਮ ਵੀ ਨਹੀਂ ਕਰਨਾ ਚਾਹੁੰਦੀਆਂ ਸਨ, ਪਰ ਸਭ ਨੇ ਉਹਨਾਂ ਨੂੰ ਇਕੱਲਾ ਛੱਡ ਦਿੱਤਾ ਸੀ। ਇਸ ਲਈ ਮੈਂ ਉਹਨਾਂ ਨੂੰ ਇਸ ਕੰਮ ਬਾਰੇ ਦੱਸਿਆ ਅਤੇ ਮਜਬੂਰਨ ਉਹ ਵੀ ਇਸ ਕੰਮ ਨੂੰ ਕਰਨ ਲਈ ਰਾਜ਼ੀ ਹੋ ਗਈਆਂ। ਉਦੋਂ ਤੋਂ ਅਸੀਂ ਸਾਰੀਆਂ ਇਹੀ ਕੰਮ ਕਰਦੀਆਂ ਹਾਂ, ਪਰ ਦੁਨੀਆ ਤੋਂ ਲੁਕ ਕੇ, ਕਿਉਂਕਿ ਦੁਨੀਆ ਵਾਲੇ ਸਾਡੀ ਮਦਦ ਤਾਂ ਨਹੀਂ ਕਰ ਸਕਦੇ, ਪਰ ਸਾਡੇ ਉੱਪਰ ਤਾਨੇ ਜ਼ਰੂਰ ਕਰ ਸਕਦੇ ਹਨ। ਜੇਕਰ ਸਾਡੇ ਘਰ ਵਾਲੇ ਜਾਂ ਇਹ ਜ਼ਾਲਮ ਸਮਾਜ ਸਾਡੀ ਮਦਦ ਕਰਦਾ ਤਾਂ ਅੱਜ ਅਸੀਂ ਇਹ ਬੇਸ਼ਰਮੀ ਭਰਿਆ ਕੰਮ ਨਾ ਕਰ ਰਹੀਆਂ ਹੁੰਦੀਆਂ। ਪਰ ਹਾਲੇ ਵੀ ਅਸੀਂ ਆਪਣੀ ਇੱਜ਼ਤ ਬਚਾਉਣ ਦੀ ਹਰ ਕੋਸ਼ਿਸ਼ ਕਰਦੀਆਂ ਹਾਂ। ਮਜਬੂਰ ਜ਼ਰੂਰ ਹਾਂ, ਪਰ ਪਰਮਾਤਮਾ ਗਵਾਹ ਹੈ ਕਿ ਅਸੀਂ ਕੁਝ ਗਲਤ ਨਹੀਂ ਕਰਦੀਆਂ, ਨਾ ਹੀ ਆਪਣੇ ਜਿਸਮ ਦੀ ਨੁਮਾਇਸ਼ ਕਰਦੀਆਂ ਹਾਂ ਅਤੇ ਨਾ ਆਪਣੇ ਆਪ ਨੂੰ ਕਿਸੇ ਅਮੀਰ ਆਦਮੀ ਦੀ ਹਵਸ ਦਾ ਨਿਸ਼ਾਨਾ ਬਣਨ ਦਿੱਤਾ ਹੈ। ਜਿੰਨਾ ਮੁਮਕਿਨ ਹੁੰਦਾ ਹੈ ਆਪਣੇ ਆਪ ਨੂੰ ਲੁਕੋ ਕੇ ਰੱਖਦੀਆਂ ਹਾਂ। ਇਹ ਗੱਲਾਂ ਕਰਦੇ ਹੋਏ ਮਾਲਕਣ ਰੋਂਦੀ ਜਾ ਰਹੀ ਸੀ। ਉਹਨਾਂ ਦਾ ਚਿਹਰਾ ਹੰਝੂਆਂ ਨਾਲ ਭਰ ਗਿਆ ਸੀ ਅਤੇ ਉਹਨਾਂ ਦੀ ਤਕਲੀਫ ਅਤੇ ਦਰਦ ਨੂੰ ਮਹਿਸੂਸ ਕਰਕੇ ਮੈਂ ਵੀ ਆਪਣੇ ਹੰਝੂਆਂ ਨੂੰ ਨਹੀਂ ਰੋਕ ਸਕਿਆ ਅਤੇ ਉਹਨਾਂ ਨੂੰ ਕਿਹਾ ਕਿ ਮੈਨੂੰ ਮਾफ़ ਕਰ ਦਿਓ, ਮੈਂ ਤੁਹਾਨੂੰ ਗਲਤ ਸਮਝਿਆ। ਹਾਲਾਂਕਿ ਮੈਨੂੰ ਪਤਾ ਸੀ ਕਿ ਕੋਈ ਵੀ ਔਰਤ ਆਪਣੀ ਖੁਸ਼ੀ ਨਾਲ ਅਜਿਹਾ ਕੰਮ ਨਹੀਂ ਕਰ ਸਕਦੀ। ਮੈਂ ਉਹਨਾਂ ਦੀ ਹਾਲਤ ਦੇਖ ਕੇ ਉਹਨਾਂ ਨੂੰ ਕਿਹਾ ਕਿ ਮੈਂ ਬੇਸ਼ੱਕ ਇੱਕ ਛੋਟਾ ਜਿਹਾ ਨੌਕਰ ਹਾਂ, ਪਰ ਇੱਜ਼ਤ ਦੀ ਜ਼ਿੰਦਗੀ ਦੇ ਸਕਦਾ ਹਾਂ। ਜੇਕਰ ਉਹ ਚਾਹੇ ਤਾਂ ਮੈਂ ਉਮਰ ਦਾ ਫ਼ਰਕ ਭੁਲਾ ਕੇ ਉਹਨਾਂ ਨਾਲ ਵਿਆਹ ਕਰਨ ਨੂੰ ਤਿਆਰ ਹਾਂ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ, ਤੂੰ ਮੇਰੇ ਹਾਲਾਤ ਦੇਖ ਕੇ ਮੇਰੇ ਉੱਪਰ ਤਰਸ ਖਾ ਕੇ ਇਹ ਗੱਲ ਕਹਿ ਰਿਹਾ ਹੈ, ਪਰ ਬਾਅਦ ਵਿੱਚ ਆਪਣੇ ਫੈਸਲੇ 'ਤੇ ਪਛਤਾਵੇਂਗਾ ਅਤੇ ਮੈਨੂੰ ਛੱਡ ਦੇਵੇਂਗਾ। ਇਸ ਲਈ ਚੰਗਾ ਇਹੀ ਹੈ ਮੈਂ ਜੋ ਜ਼ਿੰਦਗੀ ਜੀ ਰਹੀ ਹਾਂ ਮੈਨੂੰ ਜਿਉਣ ਦੇ। ਮੈਨੂੰ ਪਤਾ ਸੀ ਕਿ ਉਹ ਮੇਰੇ ਉੱਪਰ ਯਕੀਨ ਨਹੀਂ ਕਰੇਗੀ। ਉਹ ਦੇਖਣ ਵਿੱਚ ਬਿਲਕੁਲ ਜਵਾਨ ਲੱਗਦੀ ਸੀ, ਪਰ ਉਸ ਦੀ ਉਮਰ 40 ਸਾਲ ਸੀ ਅਤੇ ਮੈਂ ਸਿਰਫ 25 ਸਾਲ ਦਾ ਸੀ। ਸਾਡੇ ਵਿੱਚ ਬਹੁਤ ਵੱਡਾ ਫਰਕ ਸੀ, ਪਰ ਉਹ ਮੈਨੂੰ ਗਲਤ ਸਮਝ ਰਹੀ ਸੀ। ਮੈਂ ਗੰਭੀਰਤਾ ਨਾਲ ਉਹਨਾਂ ਨੂੰ ਜਵਾਬ ਦਿੱਤਾ ਕਿ ਮੇਰੀ ਪਰਵਰਿਸ਼ ਅਜਿਹੀ ਨਹੀਂ ਹੈ ਕਿ ਥੋੜ੍ਹੇ ਦਿਨਾਂ ਦੇ ਮਜ਼ੇ ਲਈ ਕਿਸੇ ਔਰਤ ਨੂੰ ਇਸਤੇਮਾਲ ਕੀਤਾ ਅਤੇ ਛੱਡ ਦਿੱਤਾ। ਮੈਂ ਗਰੀਬ ਹਾਂ, ਪਰ ਗਿਰਿਆ ਹੋਇਆ ਨਹੀਂ ਹਾਂ। ਇਹ ਸੱਚ ਹੈ ਕਿ ਮੈਂ ਹਮਦਰਦੀ ਦਿਖਾਉਂਦਾ ਹਾਂ, ਪਰ ਇਹ ਇੰਨੀ ਬੁਰੀ ਗੱਲ ਵੀ ਨਹੀਂ ਸੀ। ਮੈਨੂੰ ਆਪਣੇ ਪਤਨੀ ਵਿੱਚ ਇਹ ਖਾਸੀਅਤ ਚਾਹੀਦੀ ਸੀ ਕਿ ਉਹ ਇੱਜ਼ਤਦਾਰ ਹੋਵੇ ਅਤੇ ਹਰ ਕਿਸਮ ਦੇ ਹਾਲਾਤ ਵਿੱਚ ਆਪਣੀ ਇੱਜ਼ਤ ਦੀ ਰੱਖਿਆ ਕਰੇ। ਬਾਕੀਆਂ ਬਾਰੇ ਮੈਂ ਨਹੀਂ ਜਾਣਦਾ, ਪਰ ਉਹ ਅਜਿਹੀ ਹੀ ਸੀ। ਮਜਬੂਰ ਸੀ ਪਰ ਇੱਜ਼ਤਦਾਰ ਸੀ। ਮੇਰੇ ਯਕੀਨ ਦਿਵਾਉਣ 'ਤੇ ਉਹ ਮੰਨ ਗਈ। ਮੈਂ ਆਪਣੇ ਮਾਂ-ਬਾਪ ਨੂੰ ਸਭ ਕੁਝ ਦੱਸਿਆ ਤਾਂ ਉਹ ਵੀ ਮੇਰੇ ਲਈ ਖੁਸ਼ ਹੋ ਗਏ ਅਤੇ ਮੈਂ ਆਪਣੀ ਮਾਲਕਣ ਨਾਲ ਵਿਆਹ ਕਰ ਲਿਆ। ਹੁਣ ਉਹ ਘਰ ਵਿੱਚ ਰਹਿ ਕੇ ਆਪਣਾ ਕੰਮ ਕਰਦੀ ਹੈ ਅਤੇ ਮੈਂ ਮਿਹਨਤ ਕਰਕੇ ਕਮਾਉਂਦਾ ਹਾਂ। ਮੈਂ ਆਪਣੇ ਮਾਂ-ਬਾਪ ਨੂੰ ਵੀ ਇੱਥੇ ਹੀ ਬੁਲਾ ਲਿਆ। ਉਹ ਮੇਰੇ ਮਾਂ-ਬਾਪ ਦੀ ਵੀ ਇੱਜ਼ਤ ਕਰਦੀ ਹੈ ਅਤੇ ਇੱਕ ਚੰਗੀ ਪਤਨੀ ਸਾਬਿਤ ਹੋਈ ਹੈ। ਮੈਨੂੰ ਅੱਜ ਵੀ ਉਸ ਅਮੀਰ ਬੁੱਢੇ ਆਦਮੀ ਨਾਲ ਨਫ਼ਰਤ ਹੈ। ਮੈਂ ਰੱਬ ਨੂੰ ਅਰਦਾਸ ਕਰਦਾ ਹਾਂ ਕਿ ਅਜਿਹੇ ਆਦਮੀਆਂ ਨੂੰ ਸਹੀ ਰਸਤਾ ਦਿਖਾਵੇ ਤਾਂ ਜੋ ਉਹ ਗਰੀਬ ਅਤੇ ਬੇਸਹਾਰਾ ਔਰਤਾਂ ਦੀ ਮਜਬੂਰੀ ਦਾ ਫਾਇਦਾ ਚੁੱਕਣ ਦੀ ਬਜਾਏ ਉਹਨਾਂ ਦੀ ਮਦਦ ਕਰਨ ਅਤੇ ਉਹਨਾਂ ਨੂੰ ਕੋਈ ਇੱਜ਼ਤ ਵਾਲਾ ਕੰਮ ਦੇਣ ਤਾਂ ਜੋ ਉਹਨਾਂ ਦੀ ਇੱਜ਼ਤ ਵੀ ਖਰਾਬ ਨਾ ਹੋਵੇ ਅਤੇ ਉਹਨਾਂ ਦਾ ਪਾਲਣ ਪੋਸ਼ਣ ਵੀ ਹੋ ਜਾਵੇ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ।
ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।